ਲੋੜਵੰਦ ਪਰਿਵਾਰਾਂ ਦਾ, ਗਰੀਬ ਪਰਿਵਾਰਾਂ ਦਾ ਜਿਹੜੇ ਕੋਵਿਡ ਦੇ ਸਮਿਆਂ 'ਚ ਵੀ ਦਿਨ ਰਾਤ ਇੱਕ ਕਰਕੇ ਆਪਦੇ ਪਰਿਵਾਰਾਂ ਦੀ ਪਰਵਰਿਸ਼ ਵਾਸਤੇ ਕਿ ਉਹਨਾਂ ਦਾ ਜੇ ਰੋਜ਼ ਧੜਾ ਧੜ ਪ੍ਰੈਸ ਨੋਟ ਇੱਕ ਨਿਕਲਦਾ ਪੰਜਾਬ ਪੁਲਿਸ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਕਿ ਲੱਖ ਲੀਟਰ ਇੱਥੋਂ ਫੜ ਲਈ ਆ, 27,000 ਲੀਟਰ ਉੱਥੋਂ ਫੜ ਲਈ, ਕਿਉਂਕਿ ਇਹ ਲੱਖਾਂ ਲੀਟਰ ਰਾਤੋਂ ਰਾਤ ਤਾਂ ਬਣ ਨਹੀਂ ਗਿਆ। ਇਹ ਲੰਮੇ ਸਮੇਂ ਤੋਂ ਇਹ ਕੰਮ ਚੱਲ ਰਿਹਾ। ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਮੈਂ ਵੀਡੀਓ ਰਿਕਾਰਡਿੰਗ ਵੀ ਸਭ ਨੂੰ ਦਊਂਗਾ। ਸਾਬਕਾ ਮੰਤਰੀ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਸਰਦਾਰ ਵਿਰਸਾ ਸਿੰਘ ਵਰਤੋਹਾ ਨੇ ਮੰਗ ਕੀਤੀ ਹੈ ਕਿ ਸ਼ਰਾਬ ਦੁਕਾਨ ਜਿਸ ਵਿੱਚ ਅੰਮ੍ਰਿਤਸਰ ਦੇਹਾਤੀ ਦੇ ਐਸਐਸਪੀ ਧਰੁਵ ਵਧਾਈਆਂ ਦੇ ਬਤੌਰ ਐਸਐਸਪੀ ਤਰਨਤਾਰਨ ਹੁੰਦਿਆਂ ਉਸ ਦੀ ਨਿਗਰਾਨੀ ਹੇਠ 100 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੇ ਮਾਮਲੇ ਵਿੱਚ ਉਸ ਦੀ ਭੂਮਿਕਾ ਨੂੰ ਲੈ ਕੇ ਸੀਬੀਆਈ ਦੁਆਰਾ ਉਸ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਮੁਕੰਮਲ ਜਾਂਚ ਕੀਤੀ ਜਾਵੇ। ਅੱਜ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਸਭ ਦਾ ਜੀ ਆਇਆਂ ਨੂੰ ਧੰਨਵਾਦ ਤੁਹਾਡਾ। ਔਰ ਮੈਂ ਸਮਝਦਾ ਕਿ ਜਿਹੜਾ ਬਹੁਤ ਵੱਡਾ ਚਿੰਤਾ ਦਾ ਵਿਸ਼ੇ ਬਣਿਆ ਔਰ ਜਿਹਦੇ ਬਾਰੇ ਐਕਸਟੈਂਸਿਵ ਕਵਰੇਜ ਤੁਸੀਂ ਸਾਰਿਆਂ ਨੇ ਕੀਤੀ ਹੈ ਔਰ ਜਿਹਦੇ ਕਾਰਨਾਂ ਕਰਕੇ ਹੁਕਮਰਾਨ ਪਾਰਟੀ ਦੇ ਸਿਆਸਤਦਾਨ ਵੱਲੋਂ ਔਰ ਪੁਲਿਸ ਦੀ ਮਿਲੀ ਭੁਗਤ ਨਾ ਕਰਕੇ ਜੋ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਹੈ ਪੰਜਾਬ 'ਚ। ਲੋੜਵੰਦ ਪਰਿਵਾਰਾਂ ਦਾ, ਗਰੀਬ ਪਰਿਵਾਰਾਂ ਦਾ ਜਿਹੜੇ ਕੋਵਿਡ ਦੇ ਸਮਿਆਂ 'ਚ ਵੀ ਦਿਨ ਰਾਤ ਇੱਕ ਕਰਕੇ ਆਪਦੇ ਪਰਿਵਾਰਾਂ ਦੀ ਪਰਵਰਿਸ਼ ਵਾਸਤੇ ਜ਼ਿੰਦਗੀ ਨੂੰ ਜੋਖਮ 'ਚ ਪਾ ਕੇ ਵੀ ਆਪਦੀ ਡਿਊਟੀ ਨਿਭਾ ਰਹੇ ਸੀ, ਉਹਨਾਂ ਦੇ ਨਾਲ ਜਿਸ ਤਰੀਕੇ ਦੀ ਖਲਵਾੜ ਹੋਇਆ ਉਹ ਤੁਸੀਂ ਸਾਰੇ ਮੇਰੇ ਤੋਂ ਬਿਹਤਰ ਜਾਣਦੇ ਹੋ। ਮੈਂ ਹਮੇਸ਼ਾ ਵੀ ਕੋਈ ਚੀਜ਼ ਤੁਹਾਡੇ ਅੱਗੇ ਰੱਖੀ ਆ 100% ਔਨ ਫੈਕਟਸ ਰੱਖੀ ਆ, ਇੱਕ ਵੀ ਗੱਲ ਇੱਧਰ ਉੱਧਰ ਦੀ ਨਹੀਂ। ਔਰ ਅੱਜ ਵੀ ਜਿਹੜੀ ਮਿਲੀ ਭੁਗਤ ਹੈ ਜਿਸ ਨੂੰ ਲੁਕੋਇਆ ਜਾ ਰਿਹਾ ਹੈ ਉਹਦਾ ਪਰਦਾ ਫਾਸ਼ ਕਰਨ ਵਾਸਤੇ ਤੁਹਾਡੇ ਕੋਲ ਬੈਠੇ। ਸਭ ਤੋਂ ਪਹਿਲਾਂ ਤਾਂ ਮੈਂ ਡੀਜੀਪੀ ਸਾਹਿਬ ਦਾ ਧੰਨਵਾਦੀ ਹਾਂ ਕਿ ਉਹਨਾਂ ਦਾ ਜੇ ਰੋਜ਼ ਧੜਾ ਧੜ ਪ੍ਰੈਸ ਨੋਟ ਇੱਕ ਨਿਕਲਦਾ ਪੰਜਾਬ ਪੁਲਿਸ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਕਿ ਲੱਖ ਲੀਟਰ ਇੱਥੋਂ ਫੜ ਲਈ ਆ, 27,000 ਲੀਟਰ ਉੱਥੋਂ ਫੜ ਲਈ ਆ, 20,000 ਲੀਟਰ ਇੱਥੋਂ ਫੜ ਲਈ ਆ। ਆਪ ਹੀ ਮੰਨੀ ਜਾਂਦੇ ਆ ਕਿ ਅਸੀਂ ਐਡੇ ਨਲਾਇਕ ਸੀ, ਪੰਜਾਬ ਪੁਲਿਸ ਸਾਡੀ ਜਿਹੜੀ ਕਾਰਗੁਜ਼ਾਰੀ ਐਡੀ ਮਾੜੀ ਸੀ ਕਿਉਂਕਿ ਇਹ ਲੱਖਾਂ ਲੀਟਰ ਰਾਤੋਂ ਰਾਤ ਤਾਂ ਬਣ ਨਹੀਂ ਗਿਆ। ਇਹ ਲੰਮੇ ਸਮੇਂ ਤੋਂ ਇਹ ਕੰਮ ਚੱਲ ਰਿਹਾ, ਮਗਰ ਇਹ ਫੜਦੇ ਨਹੀਂ ਸੀ ਕਿਉਂਕਿ ਇਹਨਾਂ ਦੀ ਜੇਬ ਗਰਮ ਹੁੰਦੀ ਸੀ। ਤੇ ਹੁਣ ਜਿਹੜੀ ਇਹਨਾਂ ਨੇ ਐਡਮਿਸ਼ਨ ਕੀਤੀ ਆ ਪੰਜਾਬ ਪੁਲਿਸ ਨੇ, ਆਫਟਰ ਆਲ ਇਹ ਰਾਤੋਂ ਰਾਤ ਇਹ ਮਿਨੀ ਡਿਸਟਿਲਰੀਜ਼ ਨਹੀਂ ਚੱਲ ਗਈਆਂ। ਇਹਨਾਂ ਦੀ ਜਾਣਕਾਰੀ ਵੀ ਇਹਨਾਂ ਕੋਲ ਸੀ, ਮਗਰ ਪ੍ਰੈਸ਼ਰ ਨਹੀਂ ਸੀ, ਪਬਲਿਕ ਪ੍ਰੈਸ਼ਰ ਜਾਂ ਮੀਡੀਆ ਪ੍ਰੈਸ਼ਰ, ਤੇ ਇਹ ਕੰਮ ਰਲੀ ਮਿਲੀ ਭੁਗਤ ਨਾਲ ਦੱਬੀ ਤੁਰੀ ਆਉਂਦੇ ਸੀ। ਔਰ ਜਿਹੜੀ ਗੱਲ ਮੈਂ ਅੱਜ ਕਰਦਾ ਹੈ ਪੁੱਛਣਾ ਚਾਹੁੰਦਾ, ਡੀਜੀਪੀ ਸਾਹਿਬ ਨੂੰ ਮੇਰਾ ਸਪਸ਼ਟ ਸਵਾਲ ਹੈ ਕਿ ਦਿਨਕਰ ਗੁਪਤਾ ਜੀ ਤੁਸੀਂ ਆ 100 ਤੋਂ ਵੱਧ ਮੌਤਾਂ ਹੋਈਆਂ ਨੇ ਤਰਨਤਾਰਨ ਜ਼ਿਲ੍ਹੇ 'ਚ ਔਰ ਉੱਥੋਂ ਦੇ ਇੱਕ ਅਫਸਰ ਨੇ ਧਰੁਵ ਧਈਆ ਜੀ, ਉਹਨਾਂ ਨੂੰ ਪਲਮ ਪੋਸਟਿੰਗ ਬਾਰ-ਬਾਰ ਕੇਸ ਕ੍ਰਾਈਟੇਰੀਆ ਹੇਠ ਦਿੰਦੇ ਹੋ। ਸਾਨੂੰ ਇਹ ਗੱਲ ਜ਼ਰੂਰ ਚਾਨਣਾ ਪਾਇਓ ਕਿਉਂਕਿ ਧਰੁਵ ਧਈਆ ਜੀ ਉਹ ਅਫਸਰ ਨੇ ਜਿਨ੍ਹਾਂ ਨੇ ਡੇ ਲਾਈਟ ਰੋਬਰੀ ਦਾ ਡਕੈਤੀ ਜਦ ਹੋਈ ਸੀ ਅੱਜ ਤੋਂ ਸਵਾ ਸਾਲ ਪਹਿਲਾਂ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਚੱਲਦੀ ਸੀ 29 ਮਾਰਚ ਦੀ ਗੱਲ ਹੈ, ਜਦੋਂ ਖੰਨਾ 'ਚ ਐਸਐਸਪੀ ਲੱਗੇ ਸੀ ਔਰ ਖੰਨੇ 'ਚੋਂ ਇੱਕ ਪੁਲਿਸ ਪਾਰਟੀ ਐਸਐਸਪੀ ਸਾਹਿਬ ਦੀ ਮਨਜ਼ੂਰੀ ਨਾਲ ਜਾ ਕੇ ਉਹਨਾਂ ਨੇ ਰੇਡ ਕੀਤਾ ਜਲੰਧਰ ਦੇ ਰੇਡ ਨੂੰ ਸ਼ੋਅ ਕੀਤਾ ਕਿ ਨਹੀਂ ਇਹ ਤਾਂ ਨਾਕੇ 'ਚ ਅਸੀਂ ਪੈਸੇ ਫੜੇ, ਜਿਹੜਾ ਹਵਾਲਾ ਦੇ ਪੈਸੇ ਦੱਸੇ ਗਏ ਸੀ ਫਾਦਰ ਐਂਥਨੀ ਵੱਲੋਂ ਉਹਨਾਂ ਨੂੰ ਫੜਿਆ ਸੀ। ਮੇਰਾ ਕਹਿਣ ਦਾ ਭਾਵ
कि ਜਿਹੜੀ ਡੇ ਲਾਈਟ ਰੋਬਰੀ ਹੋਈ ਸੀ, ਡੇ ਲਾਈਟ ਰੋਬਰੀ ਹੋ ਗਈ ਜਦੋਂ ਪੁਲਿਸ ਇਨਵੋਲਵ ਹੋ ਜਾਏ ਔਰ ਇੱਕ ਐਸਐਸਪੀ ਪ੍ਰੈਸ ਕਾਨਫਰੰਸ ਕਰੇ। ਮੈਂ ਤੁਹਾਨੂੰ ਪੁਰਾਣੀਆਂ ਕਟਿੰਗਾਂ ਵਿਖਾ ਦੂੰਗਾ। ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਮੈਂ ਵੀਡੀਓ ਰਿਕਾਰਡਿੰਗ ਵੀ ਸਭ ਨੂੰ ਦਊਂਗਾ, ਜਿਸ 'ਚ ਐਸਐਸਪੀ ਸਾਹਿਬ ਆਪ ਪ੍ਰੈਸ ਕਾਨਫਰੰਸ ਕਰਕੇ ਧਰੁਵ ਧਈਆ ਜੀ ਕਹਿ ਰਹੇ ਹੈ ਕਿ ਦਰਾਹੇ ਨਾਕਾ ਲੱਗਿਆ ਸੀ, 9 ਕਰੋੜ 66 ਲੱਖ ਰੁਪਈਆ ਹਵਾਲੇ ਦਾ, ਕਹਿੰਦੇ ਜੀ ਅਸੀਂ 3 ਗੱਡੀਆਂ 'ਚੋਂ ਰਿਕਵਰ ਕੀਤਾ। ਔਰ ਇਹ ਸਾਰੀ ਗੱਲ ਦਾ ਪਰਦਾ ਫਾਸ਼ ਤੁਹਾਡੀ ਮੀਡੀਆ ਨੇ ਵੀ ਕੀਤਾ, ਫਾਦਰ ਐਂਥਨੀ ਨੇ ਵੀ ਕੀਤਾ, ਤੇ ਫਿਰ ਇੱਕ ਐਸਆਈਟੀ ਬਣੀ। ਐਸਆਈਟੀ ਕਿਹਨੇ ਬਣਾਈ? ਦਿਨਕਰ ਗੁਪਤਾ ਜੀ ਨੇ ਬਣਾਈ ਕੀਤੀ। ਇੱਕ ਜਦੋਂ ਰੌਲਾ ਪੈ ਗਿਆ, ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਹੋਈ, ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਇਹਦੀ ਸਾਨੂੰ ਮਿੰਟੋ ਮਿੰਟੀ ਰਿਪੋਰਟ ਦਿਓ। ਆਈਜੀ ਦੀ ਰਿਪੋਰਟ 'ਚ ਇਹ ਸਾਰੀ ਗੱਲ ਐਸਟੈਬਲਿਸ਼ ਹੋ ਗਈ ਕਿ ਜਿਹੜੀ ਇਹ ਰੇਡ ਹੈ ਇਲੀਗਲ ਰੇਡ ਸੀ, ਕਿਉਂਕਿ ਜਲੰਧਰ ਪੁਲਿਸ ਨੂੰ ਪਤਾ ਹੀ ਨਹੀਂ ਸੀ ਕਿ ਰੇਡ ਹੋਈ ਹੈ। ਔਰ ਇੱਕ ਆਈਪੀਐਸ ਅਫਸਰ ਕੈਮਰੇ 'ਚ ਬਹਿ ਕੇ ਸਾਰੀ ਪਲੈਨਿੰਗ ਜਿਹੜੀ ਉਹਨੇ ਆਪਦੇ ਘਰ 'ਚ ਬਹਿ ਕੇ ਕੀਤੀ, ਕਿਹਦੇ ਨਾਲ? ਟਾਊਟਾਂ ਨਾਲ, ਜਿਹੜੇ ਪੁਲਿਸ ਕੈਟਾਂ ਨਾਲ। ਉਹਦਾ ਵੀ ਜ਼ਿਕਰ ਹੈ ਕਿ ਬੱਬੂ 12 ਬੋਰ ਕਰਕੇ ਉਹਦਾ ਆ ਬੱਬੂ 12 ਬੋਰ ਦਾ ਦਿਖਾਏ ਜੀ। ਇੱਕ ਆ ਬੱਬੂ 12 ਬੋਰ ਕੈਟ ਹੈ ਜਿਹਦਾ ਜ਼ਿਕਰ ਹੋਇਆ ਹੈ। ਔਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਵੇਖੋ, ਇਹ ਡੇ ਲਾਈਟ ਰੋਬਰੀ ਜਿਹੜੀ ਮੈਂ ਗੱਲ ਕੀਤੀ, ਰਿਕਵਰ ਤਾਂ ਕੀਤਾ 16 ਕਰੋੜ 66 ਲੱਖ, ਤੇ ਸ਼ੋਅ ਕਰਦੇ ਹੋ ਤੁਸੀਂ 9 ਕਰੋੜ 66 ਲੱਖ, ਮਤਲਬ ਪਤਾ ਸੀ। ਫਿਰ ਜਿਹੜੇ ਬੰਦੇ ਤੁਸੀਂ ਫੜੇ, ਜੇ ਤੁਸੀਂ ਐਡੇ ਸਾਫ਼ ਚੰਗੇ ਅਕਸ਼ ਵਾਲੇ ਅਫਸਰ ਹੋ, ਤੁਸੀਂ ਇਹ ਕਿਉਂ ਲੁਕੋਇਆ ਮੀਡੀਆ ਕੋਲੋਂ, ਪੰਜਾਬ ਦੇ ਲੋਕਾਂ ਕੋਲੋਂ, ਹਰ ਲੈਵਲ ਤੋਂ ਇਹ ਗੱਲ ਕਿਉਂ ਲੁਕੋਈ ਗਈ ਕਿ ਤੁਸੀਂ ਤਾਂ ਜਲੰਧਰ ਜਾ ਕੇ ਉੱਥੇ ਪ੍ਰਤਾਪਪੁਰ ਲਾਂਬੜਾ ਜਾ ਕੇ ਰੇਡ ਕੀਤਾ ਸੀ ਅਗਲੇ ਦੇ ਘਰ 'ਚ। ਔਰ ਇੱਕ ਇੱਕ ਚੀਜ਼ ਦਾ ਪਰਦਾ ਫਾਸ਼ ਕਿੱਥੇ ਹੋਇਆ? ਜਦੋਂ ਐਸਆਈਟੀ ਬਣੀ ਆਈਜੀ ਦੀ ਐਸਆਈਟੀ ਨੇ ਵੀਡੀਓ ਰਿਕਾਰਡਿੰਗ ਐਵੀਡੈਂਸ, ਉਹ ਵੀ ਮੈਂ ਤੁਹਾਨੂੰ ਦੇ ਦੂੰ, ਕਾਲ ਡਿਟੇਲ ਐਵੀਡੈਂਸ, ਫੋਟੋਗ੍ਰਾਫਿਕ ਐਵੀਡੈਂਸ, ਸਾਰਾ ਕੁਝ ਆਪਣਾ ਕੋਰਟ ਹੈ, ਮੋਨਿਕਾ ਜੀ ਦੀ ਕੋਰਟ ਹੈ। ਮੈਂ ਪੜ੍ਹ ਦੇਣਾ। ਇਨ ਦਾ ਕੋਰਟ ਆਫ ਮੋਨਿਕਾ ਗੋਇਲ ਸਪੈਸ਼ਲ ਜੱਜ SAS ਨਗਰ, ਉਸਦੀ ਕੋਰਟ ਦੇ ਸਾਰੇ ਕਾਗਜ਼ ਪੜ੍ਹ ਲਿਓ, ਕੱਢ ਲਿਓ, ਮੈਂ ਤੁਹਾਨੂੰ ਭੇਜ ਦੂੰਗਾ। ਉੱਥੇ ਸਾਰਾ ਕੁਝ ਧਰੁਵ ਧਈਏ ਦੀ ਪ੍ਰਧਾਨਗੀ ਹੇਠ, SSP ਹੇਠ ਜਿਹੜੀ ਡੇ ਲਾਈਟ ਰੋਬਰੀ ਹੋਈ ਆ, ਉਹਦਾ ਪਰਦਾ ਫਾਸ਼ ਕੋਈ ਹੋਰ ਨਹੀਂ, ਪੰਜਾਬ ਪੁਲਿਸ ਦਾ ਇੱਕ ਸੀਨੀਅਰ ਅਫਸਰ ਕਰ ਰਿਹਾ। ਹੁਣ ਕੀ ਕ੍ਰਾਈਟੇਰੀਆ ਹੋਇਆ ਕਿ ਤੁਸੀਂ ਉਹੋ ਜਿਹੇ ਬੰਦੇ ਨੂੰ ਫੇਰ ਲਾਤਾ ਜਿਹਨੇ ਇੱਕ ਜਗ੍ਹਾ? ਔਰ ਤੁਸੀਂ ਵੇਖੋ ਹੁਣ ਡੇ ਲਾਈਟ ਰੋਬਰੀ ਦੇ ਐਕਟਰ ਵੇਖ ਲਓ ਕਿਹੜੇ ਕਿਹੜੇ ਰੱਖੇ ਇਹਨਾਂ ਨੇ। ਇੱਕ ਤਾਂ ਇਹ ਪੁਲਿਸ ਕੈਟ 12 ਬੱਬੂ 12 ਬੋਰ ਜਿਹਨੂੰ ਕਹਿੰਦੇ ਆ। ਰੌਲਾ ਪੈਂਦਾ ਸੀ ਖੰਨੇ ਜ਼ਿਲ੍ਹੇ 'ਚ ਕਿ ਇੱਕ ਕੈਟ ਉਹਦੀ ਖਬਰ ਲੱਗੀ ਆ, ਉਹ SSP ਦੇ ਘਰ ਵੀ ਚਲੇ ਜਾਂਦਾ ਹੈ, ਚਾਹੇ ਉਹ ਸਵੇਰੇ ਚਲੇ ਜਾਵੇ, ਚਾਹੇ ਦੁਪਹਿਰ ਨੂੰ ਚਲੇ ਜਾਵੇ, ਚਾਹੇ ਰਾਤ ਨੂੰ ਚਲੇ ਜਾਵੇ। ਉਹ ਵੱਡੇ ਵੱਡੇ ਅਫਸਰਾਂ ਦੀ ਕੁਰਸੀ ਤੇ ਵੀ ਜਾ ਕੇ ਬਹਿ ਜਾਂਦਾ, SPਆਂ ਦੀ। ਉਹ SPਆਂ ਨੂੰ ਵੀ ਹੁਕਮ ਦਿੰਦਾ ਹੈ, SHOਆਂ ਤੇ ਵੀ ਹੁਕਮ ਦਿੰਦਾ ਹੈ। ਕਿਉਂ? ਕਿਉਂਕਿ ਉਹ ਧਰੁਵ ਧਈਏ ਦੇ ਬੜਾ ਨੇੜੇ ਸੀ। ਫਿਰ ਇੱਕ ਹੋਰ ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ ਇਹਦੇ 'ਚ ਅਖੀਰ 'ਚ, ਕਿਉਂਕਿ ਇਹ ਤਾਂ DGP ਸਾਹਿਬ ਦੱਸਣਗੇ, ਨਹੀਂ ਤਾਂ ਇਹਦਾ ਖੁਲਾਸਾ ਮੈਂ ਅਗਲੇ ਗੇੜ 'ਚ ਕਰੂੰ, ਕਿ ਸਾਰਾ ਕੁਝ ਧਰੁਵ ਧਈਆ ਔਨ ਰਿਕਾਰਡ ਬੋਲ ਰਿਹਾ ਕਿ 9 ਕਰੋੜ 66 ਲੱਖ ਰਿਕਵਰ ਹੋਏ, ਜਦ ਕਿ ਬੈਂਕ ਦੀ ਚਿੱਠੀ ਹੈ, ਸਾਊਥ ਇੰਡੀਆ ਬੈਂਕ ਹੈ। ਜਦੋਂ ਰੇਡ ਹੋਇਆ ਹੈ ਉਦੋਂ ਗਿਣਤੀ ਕੌਣ ਕਰ ਰਿਹਾ ਸੀ? ਬੈਂਕ ਦੇ ਅਫੀਸ਼ੀਅਲਸ। ਔਰ ਕਰ ਕਿਉਂ ਰਹੇ ਸੀ? ਕਿਉਂਕਿ ਕੋਡ ਆਫ ਕੰਡਕਟ ਲੱਗਿਆ ਸੀਗਾ ਤੇ 3 ਲੱਖ ਤੋਂ ਵੱਧ ਜਾਂ 1.5 ਲੱਖ ਤੋਂ ਵੱਧ ਤੁਸੀਂ ਲੈ ਕੇ ਨਹੀਂ ਜਾ ਸਕਦੇ, 50,000 ਤੋਂ ਵੱਧ। ਤੇ ਉਹਨਾਂ ਨੇ ਬੈਂਕ ਅਫੀਸ਼ੀਅਲ ਨਾਲ ਚਿੱਠੀ ਮੈਂ ਦੇ ਰਿਹਾ ਸਾਊਥ ਇੰਡੀਆ ਬੈਂਕ ਦੀ, ਜਿਹੜੀ ਆਪ ਮੰਨਦਾ ਕਿ ਹਾਂ ਅਸੀਂ ਫਾਦਰ ਦੇ ਘਰ ਮੌਜੂਦ ਸਾਂ ਔਰ ਇਹ ਪੈਸੇ ਦੀ ਗਿਣਤੀ ਚੱਲ ਰਹੀ ਸੀ। ਫਿਰ ਮੈਂ ਇਹ ਪੁੱਛਣਾ ਚਾਹੁੰਦਾ ਧਰੁਵ ਧਈਆ ਜੀ ਨੂੰ ਕਿ ਤੁਸੀਂ ਇੱਕ ਟੀਮ ਸਿਲੈਕਟ ਕੀਤੀ,
21/3/2019 ਨੂੰ SSP ਖੰਨਾ ਲੈਟਰ ਲਿਖਦੇ ਆ DGP ਸਾਹਿਬ ਨੂੰ। 1694 ਨੰਬਰ ਹੈ ਉਸ ਲੈਟਰ ਦਾ ਕਿ ਮੈਨੂੰ ਰਾਜਪੁਰੀ ਤੇ ਜੋਗਿੰਦਰ ਜਿਹੜੇ 2 SI ASI ਚ ਟੰਗ ਤੇ ਆ ਉਹ ਦਿਓ। ਤੁਸੀਂ ਅੱਗੇ ਫੁਰਤੀ ਵੇਖੋ DGP ਸਾਹਿਬ ਦੀ। 6 ਦਿਨਾਂ ਚ ਉਹ ਬੰਦੇ ਵਾਇਰ ਲੈਟਰ 500092/E-28 ਉਹਦੇ ਆਰਡਰ ਰਾਹੀਂ DGP ਸਾਹਿਬ ਉਹ ਦੋਵਾਂ ਨੂੰ ਇਹਦੇ ਕੋਲ ਭੇਜ ਦਿੰਦੇ ਆ, ਆਪਣਾ ਦ੍ਰੁਪਤਈਏ ਕੋਲ ਟ੍ਰਾਂਸਫਰ ਕਰ ਦਿੰਦੇ ਆ SSP ਖੰਨੇ ਕੋਲ ਪਟਿਆਲੇ ਤੋਂ। 29 ਤਰੀਕ ਨੂੰ ਫੁਰਤੀ ਵੇਖੋ ਇਹਨਾਂ ਦੀ, ਇਹ ਸਾਰੀ ਮਿਲੀ ਭੁਗਤ ਪਹਿਲਾਂ ਚੱਲ ਰਹੀ ਸੀ। 29 ਤਰੀਕ ਨੂੰ ਰੇਡ ਕਰ ਦਿੰਦੇ। ਹੁਣ ਤੁਸੀਂ ਰੇਡ ਬਾਰੇ ਨਾ ਤਾਂ ਕਮਿਸ਼ਨਰ ਪੁਲਿਸ ਨੂੰ ਦੱਸਿਆ ਜਲੰਧਰ, ਫਿਰ ਤੁਸੀਂ ਰੇਡ ਕਰਦੇ ਹੋ, ਫਿਰ ਤੁਸੀਂ ਇਹ ਗੱਲ ਕਿਉਂ ਲੁਕਾਉਂਦੇ ਹੋ ਪ੍ਰੈਸ ਕੋਲੋਂ ਕਿ ਤੁਸੀਂ ਰੇਡ ਜਾ ਕੇ ਜਲੰਧਰ ਕੀਤਾ ਸੀ, ਤੁਸੀਂ ਦਰਾਹੇ ਨਹੀਂ ਕੋਈ ਗੱਲ ਫੜੀ ਗਈ। ਇਹ ਇਸ ਲਈ ਲੁਕੋਇਆ ਗਿਆ ਕਿਉਂਕਿ ਡੇ ਲਾਈਟ ਰੌਬਰੀ ਸੀ। 16 ਕਰੋੜ 65 ਲੱਖ ਰਿਕਵਰ ਹੋਇਆ, 9 ਕਰੋੜ 66 ਲੱਖ ਦਿਖਾਇਆ, 6.5 ਕਰੋੜ ਰੁਪਈਆ SSP ਸਾਹਿਬ ਦੀ ਪ੍ਰਧਾਨਗੀ ਹੇਠ ਖੁਰਤ-ਬੁਰਤ ਹੋ ਗਿਆ। ਔਰ ਵੱਡੀ ਗੱਲ, ਉਹ ਫਾਦਰ ਦਾ ਵੀ ਬਿਆਨ ਹੈ 30 ਬੰਦਿਆਂ ਦਾ। ਕਿਸੇ ਪੁਲਿਸ ਅਧਿਕਾਰੀ ਕੋਲ ਇਹ ਹੱਕ ਹੈ ਕਿ ਕਿਸੇ ਦੇ ਘਰ ਵੜ ਜੋ ਪ੍ਰਾਈਵੇਟ ਕਲੋਜ਼ 'ਚ, ਔਰ ਜਿਨ੍ਹਾਂ ਦੇ ਮੋਬਾਈਲ ਫੋਨ ਹੈ ਉਹਨਾਂ ਦੇ ਸਿਰ 'ਚ ਗਣਪੱਟੀ ਤੇ ਰੱਖੋ ਰਿਵਾਲਵਰ, ਤੇ ਸਭ ਨੂੰ ਕਹੋ ਆਪਦੇ ਮੋਬਾਈਲ ਰੱਖ ਦਿਓ ਪਾਸੇ, ਨਹੀਂ ਤਾਂ ਗੋਲੀ ਮਾਰ ਦਿਆਂਗੇ। ਮਤਲਬ ਜਿਹੜਾ ਕੰਮ ਇੱਕ ਡਕੈਤ ਕਰਦਾ ਹੈ ਉਹ ਕੰਮ ਇਸ SSP ਨੇ ਕਰਾਇਆ। ਫਿਰ ਉਸ ਫਾਦਰ ਨੇ ਬਿਆਨ ਦਿੱਤਾ ਉਹਨਾਂ ਬੰਦਿਆਂ ਨੇ ਕਿ ਸਾਨੂੰ ਜਦ ਪੁਲਿਸ ਵਾਪਸ ਲੈ ਕੇ ਆਈ, ਪਲੈਨਿੰਗ ਵੇਖੋ, ਜਲੰਧਰ ਤੋਂ ਸਿੱਧਾ ਰਾਹ ਖੰਨੇ ਨੂੰ ਕਿਹੜਾ ਆਉਂਦਾ ਹੈ? GT ਰੋਡ। ਸਿੱਧੇ ਜਾਓ ਫਗਵਾੜੇ, ਫਗਵਾੜੇ ਤੋਂ ਲੁਧਿਆਣੇ, ਲੁਧਿਆਣੇ ਤੋਂ ਖੰਨੇ। ਮਗਰ ਉਹਨਾਂ ਨੂੰ ਲੈ ਕੇ ਗਏ ਕਿਉਂਕਿ ਪੈਸੇ ਮਾਰਨੇ ਸੀ, ਉਹਨਾਂ ਨੂੰ ਲੈ ਕੇ ਗਏ ਲੁਧਿਆਣੇ ਤੋਂ ਫਿਲੌਰ, ਫਿਲੌਰ ਤੋਂ ਸਮਰਾਲਾ, ਮਾਚੀਵਾੜਾ, ਸਮਰਾਲਾ ਤੇ ਖੰਨਾ ਕਿ ਲਿੰਕ ਰੋਡਾਂ ਤੋਂ ਲੈ ਕੇ ਜਾਇਓ ਕਿ ਇਹ ਸ਼ੋਅ ਹੀ ਨਾ ਹੋਵੇ ਕਿ ਇਹ GT ਰੋਡ ਤੋਂ ਅਸੀਂ ਲੈ ਕੇ ਆ ਕਿਤੇ CCTV ਕਿਸੇ ਟੂਲ ਬੋਤ ਤੇ ਆ ਜੇ। ਜਿਸ ਬੰਦੇ ਨੇ ਇਹ ਸ਼ਾਤਰ ਪਲੈਨਿੰਗ ਕੀਤੀ ਹੋਵੇ ਔਰ ਸਾਰਾ ਕੁਝ ਜਾਣਦੇ ਹੋਏ ਲੋਕਾਂ ਨੂੰ ਇਲੀਗਲ ਕਸਟਡੀ 'ਚ ਰੱਖਿਆ ਹੋਵੇ, ਰਾਤ ਸਾਰੀ ਰੱਖਿਆ ਇਹਨਾਂ ਨੂੰ, ਇਨਕਮ ਟੈਕਸ ਆਫੀਸ਼ੀਅਲਸ ਤੇ ਦਬਾਅ ਬਣਾਇਆ ਗਿਆ ਕਿਉਂਕਿ ਇਹ ਬੋਲ ਰਹੇ ਇਸ 'ਚ ਕਿ ਇਹ ਬਲੈਕ ਮਨੀ, ਹਵਾਲਾ ਮਨੀ ਅਸੀਂ ਰਿਕਵਰ ਹੋਈ ਹੈ। ਔਰ ਮੁੜ ਕੇ ਸਾਰਾ ਕੁਝ ਇਹ ਜੱਜ ਸਾਹਿਬ ਦੀ ਕੋਰਟ 'ਚ ਪੁਲਿਸ ਆਪ ਮੰਨ ਕੇ ਆਈ ਕਿ ਸਾਡੇ SSP ਨੇ ਸਾਰਾ ਕੁਝ ਹੀ ਝੂਠ ਬੋਲਿਆ ਸੀ। ਉਹ SSP ਜਿਹਦੇ ਕੋਲੋਂ ਹਲੇ ਵੀ 1.5 ਕਰੋੜ ਦੀ ਰਿਕਵਰੀ ਹੋਣੀ ਹੈ, ਉਹਨੇ ਇਹ ਜਿਹਾ ਕਿਹੜਾ ਮਤਲਬ ਉਹਦੇ 'ਚ ਕੁਆਲਿਟੀ ਹੈ ਕਿ ਤੁਸੀਂ ਉਹਨੂੰ ਚੱਕ ਕੇ, ਜਿਹੜਾ ਅਸਲ 'ਚ ਅੱਜ ਤੱਕ ਸਸਪੈਂਡ ਰਹਿਣਾ ਚਾਹੀਦਾ ਸੀ ਜਾਂ ਡਿਸਮਿਸ ਹੋ ਜਾਣਾ ਚਾਹੀਦਾ ਸੀ, ਜਾਂ ਇਹ ਖਬਰ ਲੱਗੀ ਕਿ ਇਲੈਕਸ਼ਨ ਕਮਿਸ਼ਨ ਸ਼ੰਟਸ ਆਊਟ SSP ਖੰਨਾ, ਜਿਹਦੀ ਬਦਲੀ ਇਲੈਕਸ਼ਨ ਕਮਿਸ਼ਨ ਨੇ, ਜਿਹਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਇੱਕ ਕਨਸਟੀਟਿਊਸ਼ਨਲ ਬਾਡੀ ਨੂੰ ਮਿਸਲੀਡ ਕੀਤਾ। ਉਹਨਾਂ ਨੇ ਇਨਕੁਆਇਰੀ ਕਰਾਈ, ਉਸ ਕਨਸਟੀਟਿਊਸ਼ਨਲ ਬਾਡੀ ਨੇ ਉਹਨੂੰ ਸ਼ੰਟ ਆਊਟ ਕਰਤਾ। ਮਗਰ ਫੇਰ ਵੀ ਹੁਣ ਤਾਂ ਇਹ ਜੇ CBI ਦੀ ਇਨਕੁਆਇਰੀ ਹੋਊ ਫੇਰ ਹੀ ਪਤਾ ਲੱਗੂ ਕਿ DGP ਸਾਹਿਬ ਨਾਲ ਇਹਨਾਂ ਦਾ ਕੀ ਪਿਆਰ ਹੈ। ਜਿਹੜਾ ਸਸਪੈਂਡ ਹੋਣਾ ਚਾਹੀਦਾ ਸੀ ਅੱਜ ਉਹ ਫੇਰ ਆ ਕੇ ਤਰਨ ਤਾਰਨ ਲੱਗ ਗਿਆ। ਔਰ ਮੇਰੇ ਵੀਰੋ, ਜਦੇ ਗਲਤ ਬੰਦਾ ਲੱਗ ਜੇ ਬਾਰਡਰ ਏਰੀਏ 'ਚ ਆ ਕੇ, ਚਲੋ ਜੋ ਬਾਰਡਰ ਨਾਲ ਉਹਦੇ ਅਸਰ ਉਹ ਗੱਲ ਵੱਖਰੀ ਹੈ, ਮਗਰ ਜਿਹੜੀ ਗੱਲ ਆ ਕੇ ਲੱਗਿਆ 100 ਬੰਦਾ ਮਰ ਗਿਆ। ਹੁਣ ਆਪਣਾ CM ਸਾਹਿਬ ਕਹਿੰਦੇ ਆ ਕਿ ਜਿਹੜੇ ਥਾਣੇ ਥੱਲੇ ਹੋਊਗਾ ਉਹ SHO DSP ਵਿਲ ਬੀ ਬੁੱਕਡ। ਤੇ ਆਈ ਵਾਂਟ ਟੂ ਆਸਕ ਦ ਚੀਫ ਮਿਨਿਸਟਰ ਟੁਡੇ, ਜਿਹਨੇ ਡੇ ਲਾਈਟ ਰੋਬਰੀ ਕੀਤੀ ਹੋਵੇ ਕਰੋੜਾਂ ਦੀ, ਅੱਜ ਤੱਕ ਉਹ ਪੈਸੇ ਨਹੀਂ ਮਿਲੇ ਆ, ਉਹਦੇ 'ਚ ਇਹ ਜਿਹਾ ਕਿਹੜਾ ਗੁਣ ਸੀ, ਕਿਹੜੀ ਕਮਾਈ ਕਰਕੇ ਦਿੰਦਾ ਸੀ, ਕਿਹੜਾ ਕੰਮ ਚੰਗਾ ਕਰਦਾ ਸੀ ਪੁਲਿਸਿੰਗ ਦਾ ਕਿ ਉਹਨੂੰ ਤੁਸੀਂ ਮੁੜ ਕੇ ਲਾਤਾ ਤਰਨ ਤਾਰਨ। ਅੱਜ 100 ਬੰਦਾ ਉੱਥੇ ਮਰ ਗਿਆ। ਹੁਣ ਉਹਨੂੰ ਫੇਰ ਤੁਸੀਂ ਰਿਵਾਰਡ ਦੇਤਾ ਕਿ ਉਹਨੂੰ ਅੰਮ੍ਰਿਤਸਰ ਰੂਰਲ ਦੀ ਪੋਸਟਿੰਗ ਦੇਤੀ ਹੈ ਕਿ ਹੁਣ ਇੱਥੇ ਚੰਦ ਚਾੜੇ। ਹੂ ਵਿਲ ਬੀ ਰਿਸਪੌਂਸਿਬਲ ਜਦ ਇੱਥੇ ਚੰਦ ਚੜੂਗਾ। ਔਰ ਮੈਂ ਅਗਲੀ ਗੱਲ ਕਰਦਾ ਕਿਉਂਕਿ ਇਹਨਾਂ ਤੇ ਭਰੋਸਾ ਨਹੀਂ ਪੁਲਿਸ ਤੇ।
ਆ ਮੈਂ ਤੁਹਾਨੂੰ ਕੁਝ ਇਨਫੋਰਮੇਸ਼ਨ ਦੇਣ ਲੱਗਿਆ। ਇੱਕ ਪਾਸੇ ਤਾਂ ਚਲੋ ਅੱਜ ਤੁਹਾਡੇ ਇੱਕ ਪੱਤਰਕਾਰ ਵੀਰ ਨੇ ਬੜੀ ਖਬਰ ਲਾਈ ਹੈ ਕਿ ਇੱਕ ਪਾਸੇ ਗੁਪਤਾ ਜੀ ਕਹਿੰਦੇ ਅਸੀਂ ਤਾਂ ਐਡੇ ਸਾਡੀ ਚੁਸਤ ਦਰੁਸਤ ਹੈ ਪੁਲਿਸ ਕਿ ਕ੍ਰਾਸ ਬਾਰਡਰ ਪਾਕਿਸਤਾਨ ਜਦ ਵੀ ਗੜਬੜ ਕਰਨ ਲੱਗਦਾ ਅਸੀਂ ਪਹਿਲਾਂ ਹੀ ਬੰਦਾ ਫੜ ਲੈਂਦੇ, ਦਬੋਚ ਲੈਂਦੇ। ਬਾਰਡਰ ਦੇ ਪਾਰ ਤਾਂ ਤੁਸੀਂ ਬੜੀ ਚੁਸਤੀ ਵਿਖਾਉਂਦੇ ਹੋ, ਬਾਰਡਰ ਦੇ ਅੰਦਰ ਵੀ ਕੋਈ ਚੁਸਤੀ ਵਿਖਾਓ। ਇੱਥੇ ਤੁਹਾਡੀ ਚੁਸਤੀ ਕਿੱਧਰ ਜਾਂਦੀ ਹੈ? ਚੁਸਤੀ ਇਸ ਲਈ ਮੁੱਕ ਜਾਂਦੀ ਹੈ ਕਿਉਂਕਿ ਰਲੀ ਮਿਲੀ ਭੁਗਤ ਹੈ ਜਿਹਦਾ ਬਾਰ-ਬਾਰ ਰੌਲਾ ਪੈ ਰਿਹਾ। ਔਰ ਮੈਂ ਅਗਲੀ ਗੱਲ ਵਿਖਾ ਦਿਆਂ, ਅੱਜ ਬਲਟੋਆ ਸਾਹਿਬ ਜਾਤਾ ਐਕਸਪਲੇਨ ਕਰ ਦੇਣਗੇ ਕਿ ਐਸਐਸਪੀ ਸਾਹਿਬ ਨੂੰ ਇੱਕ ਕੰਪਲੇਂਟ ਨਹੀਂ, ਨੰਬਰ ਆਫ ਕੰਪਲੇਂਟਸ ਰਿਗਾਰਡਿੰਗ ਸ਼ਰਾਬ, ਇਲੀਗਲ ਸ਼ਰਾਬ ਜਿਹਦੇ ਨਾਲ ਰੈਵਨਿਊ ਲਾਸ ਔਰ ਲਾਈਫ ਦਾ ਲਾਸ ਹੋ ਸਕਦਾ ਸੀ, ਸ਼ਿਕਾਇਤਾਂ ਹੁੰਦੀਆਂ ਰਹੀਆਂ। ਮਗਰ ਕਿਉਂਕਿ ਐਸਐਸਪੀ ਸਾਹਿਬ ਜਾਂ ਤਾਂ ਮਿਲੇ ਸੀ ਜਾਂ ਕੀ ਗੱਲ ਸੀ ਇਹ ਤਾਂ ਕਸਟੋਡੀਅਲ ਇੰਟਰੋਗੇਸ਼ਨ ਦੱਸੂ, ਉਹਨਾਂ ਨੇ ਉਹਦੇ ਤੇ ਕਾਰਵਾਈ ਨਹੀਂ ਕਰੀ। ਅੱਜ ਵਿਦ ਪ੍ਰੂਫ ਤੁਹਾਨੂੰ ਕੁਝ ਚੀਜ਼ਾਂ ਇਹ ਦਿਖਾਉਣ ਲੱਗੇ। ਦੇਖੋ ਜਿਸ ਤਰ੍ਹਾਂ ਔਰ 16 ਕਰੋੜ 66 ਲੱਖ ਰੁਪਈਆ ਜਾ ਕੇ ਜਿਵੇਂ ਡਾਕਾ ਮਾਰਿਆ ਜਾਂਦਾ ਆ, ਪਾਦਰੀ ਦੇ ਘਰੋਂ ਜਾ ਕੇ ਬਰਾਮਦ ਕਰ ਲੈਂਦੇ ਨੇ, ਫੜ ਲੈਂਦੇ ਨੇ ਜਲੰਧਰ ਤੋਂ, ਤੇ ਦਿਖਾਉਂਦੇ ਹੈਗੇ ਆ ਕਿਹੜੀ ਜਗ੍ਹਾ ਦਿਖਾਉਂਦੇ? ਦਰਾਹੇ, ਜਿਹੜਾ ਕਿ ਖੰਨਾ ਪੁਲਿਸ ਜਿਹੜਾ ਜ਼ਿਲ੍ਹਾ ਆ ਉਹਦੇ ਵਿੱਚ ਪੈਂਦਾ ਹੈ, ਉੱਥੇ ਦਿਖਾਉਂਦੇ ਆ। ਉਹ ਸਾਰਾ ਕੁਝ ਸਾਬਤ ਹੋ ਗਿਆ। ਏਡਾ ਵੱਡਾ ਝੂਠ, ਏਡਾ ਵੱਡਾ ਗੁਨਾਹ। ਔਰ ਫਿਰ 16 ਕਰੋੜ 66 ਲੱਖ ਬਰਾਮਦ ਹੁੰਦਾ ਤੇ ਐਸਐਸਪੀ ਸਾਹਿਬ ਦਿਖਾਉਂਦੇ ਕਿੰਨਾ ਆ? 9 ਕਰੋੜ 66 ਲੱਖ। 7 ਕਰੋੜ ਵਿੱਚੋਂ ਘਾਪਾ ਹੀ ਮਾਰ ਜਾਂਦੇ ਆ। ਹੁਣ 7 ਕਰੋੜ ਲੁਕਾਉਣ ਵਾਲਾ ਪੰਜਾਬ ਦੇ ਵਿੱਚ ਰਾਜ ਕਰਨ ਡਿਆ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਗੱਲਾਂ ਕਰ ਰਿਹਾ ਹੈ, ਬਦਮਾਸ਼ਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਰ ਰਿਹਾ ਹੈ। ਪਰ ਨਹੀਂ, ਐਸਐਸਪੀ ਧਰੁਵ ਦਹੀਆ ਜਿਹਨੂੰ ਤੱਤੀ ਬਾਣੀ ਲੱਗੀ ਖੰਨੇ ਵਾਲੀ ਡਕੈਤੀ ਦੇ ਵਿੱਚ, ਪਾਦਰੀ ਦੇ ਘਰੇ ਮਾਰੇ ਹੋਏ ਡਾਕੇ ਕਰਕੇ ਉਹਦੇ ਹੌਸਲੇ ਇੰਨੇ ਵੱਧ ਗਏ ਹੈ ਕਿ ਕੋਡ ਆਫ ਕੰਡਕਟ 'ਚ ਉਹਨੂੰ ਇਲੈਕਸ਼ਨ ਕਮਿਸ਼ਨ ਨੇ ਪਾਸੇ ਕੀਤਾ, ਰੋਬਰੀ ਕਾਂਡ 'ਚ, ਡਾਕੇ ਕਾਂਡ 'ਚ। ਤੇ ਇਲੈਕਸ਼ਨ ਪਾਰਲੀਮੈਂਟ ਦੀ ਹੋਣ ਤੋਂ ਤੁਰਤ ਬਾਅਦ ਉਹਨੂੰ ਐਸਐਸਪੀ ਤਰਨਤਾਰਨ ਤਾਇਨਾਤ ਕਰ ਦਿੱਤਾ ਜਾਂਦਾ, ਜਿਹੜਾ ਕਿ ਲੰਬਾ ਸਮਾਂ ਉੱਥੇ ਤਰਨਤਾਰਨ 'ਚ ਤਾਇਨਾਤ ਰਹਿੰਦਾ ਹੈ। ਤਾਂ ਹੁਣ ਐਸਐਸਪੀ ਦਾ ਫਰਜ਼ ਕੀ ਬਣਦਾ ਆ ਕਿ ਜਿਹੜੇ ਵੀ ਲੋਕ ਗੁਨਾਹ ਕਰਦੇ ਨੇ ਉਹਨਾਂ ਤੇ ਕਾਰਵਾਈ ਕਰਨ, ਔਰ ਜਿਹੜੇ ਕਿ 2 ਨੰਬਰ ਦਾ ਧੰਦਾ ਕਰਦੇ ਨੇ, ਗੈਰ ਕਾਨੂੰਨੀ ਕਰਦੇ ਨੇ, ਉਹਨਾਂ ਤੇ ਕਾਰਵਾਈ ਕਰਨ। ਔਰ ਤੁਹਾਡੇ ਸਾਹਮਣੇ ਹੈ ਕਿ ਤਰਨਤਾਰਨ ਦੇ ਵਿੱਚ ਜਿਸ ਕਦਰ ਸ਼ਰਾਬ ਦਾ ਨਜਾਇਜ਼ ਧੰਦਾ ਹੁੰਦਾ ਰਿਹਾ, ਔਰ ਇੱਥੋਂ ਤੱਕ ਕਿ ਜ਼ਹਿਰੀਲੀ ਸ਼ਰਾਬ ਜਿਹੜੀ ਵਰਤਾਈ ਗਈ ਜਿਹਦੇ ਕਰਕੇ 100 ਤੋਂ ਉੱਤੇ ਮੌਤਾਂ ਇਕੱਲੇ ਤਰਨਤਾਰਨ ਦੇ ਵਿੱਚ ਹੋ ਗਈਆਂ। ਤੁਸੀਂ ਐਸਐਚਓ ਸਸਪੈਂਡ ਕਰਦੇ ਹੋ, ਡੀਐਸਐਸ ਸਸਪੈਂਡ ਕਰਦੇ ਹੋ, ਤੇ ਜਿਹੜਾ ਮੁੱਖ ਗੁਨਾਹ ਆ ਐਸਐਸਪੀ ਧਰੁਵ ਦਹੀਆ, ਉਹਦੇ ਵੱਲ ਤੁਸੀਂ ਉਂਗਲ ਵੀ ਨਾ ਕਰੋ। ਉਹਨੂੰ ਤੁਸੀਂ ਚੱਕ ਕੇ ਅੰਮ੍ਰਿਤਸਰ ਦਾ ਰੂਰਲ ਦਾ ਹੋਰ ਵੱਡੇ ਜ਼ਿਲ੍ਹੇ ਦਾ ਐਸਐਸਪੀ ਲਾ ਦਿਓ। ਹੁਣ ਮੈਂ ਲੱਗਾ ਦੱਸਣ ਕਿ ਐਸਐਸਪੀ ਧਰੁਵ ਦਹੀਆ ਦੀ ਮਿਲੀ ਭੁਗਤ ਨਾਲ, ਉਹਦੀ ਜਾਣਕਾਰੀ ਦੇ ਵਿੱਚ ਹੁੰਦਿਆਂ ਹੋਇਆਂ ਕਿੱਡੇ ਵੱਡੇ ਪੱਧਰ ਤੇ ਸ਼ਰਾਬ ਦੀ ਨਜਾਇਜ਼ ਸਮਗਲਿੰਗ ਹੁੰਦੀ ਸੀ। ਇੱਕ ਤੁਸੀਂ ਦੇਖੀ ਹੋਣੀ ਹੈ ਵੀਡੀਓ, ਆ ਦਿਖਾ ਰਿਹਾ ਜੀ, ਆ ਵੀਡੀਓ ਤੁਸੀਂ ਸਾਰਿਆਂ ਨੇ ਵੇਖੀ ਆ, ਵਿਖਾ ਦਿਓ। ਇੱਕ ਆ ਜਿੱਚੇ ਉਹ ਮਹਿਮੂਦਪੁਰੇ ਪਿੰਡ 'ਚ ਉਹ ਟੂਟੀ ਖੋਲਦਾ ਤੇ ਮਿੰਨੀ ਡਿਸਟਿਲਰੀ ਚੱਲ ਪੈਂਦੀ ਹੈ। ਗੱਲ ਹੈ, ਇਹ ਜਿਹੜੀ ਮਿੰਨੀ ਡਿਸਟਿਲਰੀ ਹੈ ਸ਼ਰਾਬ ਦੀ, ਜਿਹਦੀ ਆ ਫੋਟੋ ਤੁਹਾਨੂੰ ਦਿਖਾਈ ਗਈ ਹੈ, ਇਹ ਮਹਿਮੂਦਪੁਰਾ ਪਿੰਡ 'ਚ ਇੱਕ ਤਰ੍ਹਾਂ ਸੁਖਪਾਲ ਸਿੰਘ ਭੁੱਲਰ ਜਿਹੜੇ ਐਮਐਲਏ ਨੇ ਖੇਮਕਰਨ ਦੇ, ਉਹਨਾਂ ਦੇ ਘਰ 'ਚ ਹੀ ਲੱਗੀ ਹੈ। ਉਹਨਾਂ ਦੇ ਖਾਸਮ ਖਾਂ ਜਿਹੜੇ ਬਲਾਕ ਸੰਮਤੀ ਮੈਂਬਰ ਹੈ ਉੱਥੇ ਬੀਬੀ, ਉਹਦੇ ਘਰ ਵਾਲੇ ਦੇ ਘਰ 'ਚ ਲੱਗੀ ਹੋਈ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਲਾਕੇ ਦੇ ਲੋਕ ਪੁਲਿਸ ਅਫੀਸ਼ੀਅਲ ਕੋਲ ਜਾਂਦੇ ਰਹੇ ਆ ਕਿ ਇੱਥੇ ਬੜੇ ਵੱਡੇ ਪੱਧਰ ਤੇ ਸ਼ਰਾਬ ਦਾ ਨਜਾਇਜ਼ ਧੰਦਾ ਹੋ ਰਿਹਾ, ਤਸਕਰੀ ਹੋ ਰਹੀ ਹੈ, ਵੱਡੇ ਪੱਧਰ ਤੇ ਫੈਕਟਰੀ ਚੱਲ ਰਹੀ ਹੈ, ਰੇਡ ਕੀਤਾ ਜਾਵੇ, ਫੜਿਆ ਜਾਵੇ, ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕੀ ਐਸਐਸਪੀ ਨੂੰ ਮਿਲਦੇ ਹੈ, ਫੋਨ ਕਰਦੇ ਹੈ, ਇੱਥੋਂ ਤੱਕ ਕਿ ਐਸਐਸਪੀ ਦੇ ਮੋਬਾਈਲ ਨੰਬਰ ਤੇ WhatsApp ਵੀ ਕਰਦੇ ਆ। ਨੰਬਰ ਪੜ੍ਹ ਲਿਓ ਜੀ, ਇਹ WhatsApp ਹੈ ਟੂ ਐਸਐਸਪੀ, ਨੰਬਰ ਪੜ੍ਹ ਲਿਓ 9717917789 ਔਰ ਇਹ
ਇਹਦੇ 'ਚ ਕੁਝ ਇਨਫੋਰਮੇਸ਼ਨ ਅਸੀਂ ਪਾਸੇ ਰੱਖੀਏ, ਕਿਉਂਕਿ ਜਿਸ ਬੰਦੇ ਦਾ WhatsApp ਹੈ SSP ਕੋਲ ਤਾਂ ਖੁੱਲ੍ਹ ਹੀ ਜਾਣਾ ਹੁਣੇ, ਉਹਨੂੰ ਹੁਣੇ ਚੱਕ ਕੇ ਇਹਨਾਂ ਦੇ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰ ਦੇਣਾ। ਮਗਰ ਉਹਨੇ ਇਹ ਸਾਰੀ ਡਿਸਟਿਲਰੀ ਦੀ ਗੱਲ ਕਿਹੜੀ ਤਰੀਕ ਨੂੰ 14 ਜੂਨ ਨੂੰ ਤੇ 16 ਜੂਨ ਨੂੰ ਇਹ ਸਾਰੀ ਚਿੱਠੀਆਂ ਉਹਨੂੰ ਉਹਦੇ WhatsApp ਨੰਬਰ ਤੇ ਭੇਜੀ ਸੀ। ਮਗਰ SSP ਸਾਹਿਬ ਨੋ ਕਾਰਵਾਈ। ਉਹ ਇੱਕ MLA ਸਾਹਿਬ ਨੇ ਆਪਣੇ ਦੂਜੇ ਉਹ ਜਿਹੜਾ ਆਪਣਾ ਕੀ ਆ ਯਾਰ ਉਹਦਾ ਹੈ ਨਹੀਂ ਉਹ ਦੂਜਾ ਯਾਰ ਨਹੀਂ ਉਧਰ ਵਾਲਾ ਆਪਣਾ ਪਟਾਊਟ ਜਿਹੜਾ ਕੀ ਨਾਂ ਯਾਰ ਉਹਦਾ ਗਿੱਲ ਹਰਮਿੰਦਰ ਉਹ ਕਹਿੰਦਾ ਕੀ ਕਹਿੰਦਾ ਸੀ ਅੱਛਾ ਚਲੋ ਵਿਚਾਰਾ ਮੁੰਡਾ ਜਿਹੜਾ SHO ਹੈ ਨਾ ਜਿਹੜਾ ਉੱਥੋਂ ਬਦਲਿਆ ਸੀ ਯੰਗਸਟਰ ਸੀ ਉਹਨੂੰ ਕਹਿੰਦਾ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਉਹ ਸਤਿ ਸ੍ਰੀ ਅਕਾਲ ਤਾਂ ਇਸ ਤਰ੍ਹਾਂ ਵੀ ਨਹੀਂ ਬੁਲਾਈ ਤੇ MLA ਦਾ ਕੀ ਕੰਮ ਹੈ? ਕਹਿੰਦਾ ਨਹੀਂ ਬੁਲਾਈ। ਫਿਰ ਆਹੀ ਗੱਲ ਹੁੰਦੀ ਆ ਅਸੀਂ ਸਤਿ ਸ੍ਰੀ ਅਕਾਲਾਂ 'ਚ ਮਤਲਬ ਉਹਦਾ ਮਤਲਬ ਕੀ ਸੀ ਅੰਦਰਲੀ ਕਹਾਣੀ ਦਾ। ਔਰ ਉਸ ਬੰਦੇ ਦੇ ਮਗਰ ਵੀ SSP ਸਾਹਿਬ ਨਹੀਂ ਖਲੋਏ। ਹੀ ਵਾਸ ਟ੍ਰਾਂਸਫਰਡ ਐਂਡ ਹਾਊ ਐਨ MLA ਇਜ਼ ਮਿਸਬਿਹੇਵਿੰਗ। ਫਿਰ ਜਦ MLA ਇਸ ਤਰੀਕੇ ਦੀ ਧੌਸ, ਇਸ ਤਰੀਕੇ ਦੀ ਬਦਤਮੀਜ਼ੀ, ਇਸ ਤਰੀਕੇ ਦੀ ਤਾਕਤ ਵਿਖਾਊਗਾ ਤੇ ਫਿਰ ਕੰਮ ਵੀ ਆਪਦੀ ਮਰਜ਼ੀ ਤੇ ਕਰਾਊਗਾ। ਔਰ ਉਹਦਾ ਭੁੱਖ ਖਾਮਿਆਜਾ ਅੱਜ ਤਰਨਤਾਰਨ ਜ਼ਿਲ੍ਹੇ ਨੇ ਪੰਜਾਬ ਦੇ ਲੋਕਾਂ ਨੇ ਭੁਗਤੇ। ਸਭ ਤੋਂ ਵੱਡੀ ਗੱਲ ਹੈ ਕਿ SSP ਦੀ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਜੇ ਉਸ ਮਿੰਨੀ ਫੈਕਟਰੀ ਜਿਹੜੀ ਸ਼ਰਾਬ ਦੀ ਨਜਾਇਜ਼ ਚੱਲਦੀ ਸੀ ਕਾਰਵਾਈ ਨਹੀਂ ਹੋਈ, ਇਹਦਾ ਮਤਲਬ ਮਿਲੀ ਭੁਗਤ ਹੈ। ਜਿਹੜੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਮੈਂ ਪੁਲਿਸ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਜਿੱਥੋਂ ਵੀ ਕਿਤੇ ਕੋਈ ਬਰਾਮਦੀ ਹੋਈ ਤਾਂ ਮੈਂ ਸੰਬੰਧਿਤ ਪੁਲਿਸ ਅਫੀਸ਼ੀਅਲ ਤੇ ਕਾਰਵਾਈ ਕਰੂੰ, ਉਹ ਗੱਲਾਂ ਕਹਿਣ ਦੀਆਂ ਹੀ ਹੈ। ਔਰ ਦੂਸਰੀ ਗੱਲ ਜਿਹੜੀ ਹੈ, ਰੇਡ ਕਦੋਂ ਹੁੰਦਾ ਹੈ, ਬਰਾਮਦੀ ਕਦੋਂ ਹੁੰਦੀ ਹੈ? ਜਿਸ ਦਿਨ ਮੌਤਾਂ ਦੇ 70 ਵੇਚ ਜਾਂਦੇ ਆ ਉਸੇ ਦਿਨ ਪੁਲਿਸ ਉੱਥੇ ਪਹੁੰਚ ਵੀ ਜਾਂਦੀ ਹੈ। ਤੇ 31,500 ਲੀਟਰ ਲਾਣ ਮੌਕੇ ਤੇ 350 ਬੋਤਲ ਜਿਹੜੀ ਹੈ ਸ਼ਰਾਬ ਦੀ ਨਜਾਇਜ਼ ਜਿਹੜੀ ਉੱਥੋਂ ਬਰਾਮਦ ਕੀਤੀ ਜਾਂਦੀ ਹੈ। ਵੱਡੇ ਪੱਧਰ ਤੇ ਸਾਜੋ ਸਮਾਨ ਬਰਾਮਦ ਕੀਤਾ ਜਾਂਦਾ ਔਰ ਜਿੱਥੇ ਹਜ਼ਾਰਾਂ ਬੋਤਲਾਂ ਰੋਜ਼ਾਨਾ ਤਿਆਰ ਕੀਤੀਆਂ ਜਾਂਦੀਆਂ ਸੀ। ਔਰ ਇਹ ਵੀ ਖਦਸ਼ਾ ਹੈ ਕਿ ਜਿਹੜੀ ਜ਼ਹਿਰੀਲੀ ਸ਼ਰਾਬ ਜਿਹੜੀ ਇੱਥੇ ਸਪਲਾਈ ਹੋਈ ਹੈ ਉਹ ਇਸੇ ਫੈਕਟਰੀ ਦੀ ਹੋ ਸਕਦੀ ਹੈ, ਕਿਉਂਕਿ ਇਸੇ ਬੈਲਟ 'ਚ ਇਹ ਸਾਰੀ ਵਰਤਾਈ ਗਈ ਹੈ। ਤੇ SSP ਸਾਹਿਬ ਜਿਹਦੇ ਕਰਕੇ ਜਿਹਦੀ ਨੌਲੇਜ ਹੋਵੇ, ਗੁਨਾਹਗਾਰ ਹੋਵੇ, ਗੁਨਾਹਗਾਰਾਂ ਨਾਲ ਸ਼ਾਮਲ ਹੋਵੇ, ਤੇ ਉਹ ਅੱਜ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ। ਇਸ ਕਰਕੇ ਜਿਹੜੀ ਹੈ ਇਹ ਬੜੇ ਵੱਡੇ ਗੁਨਾਹਗਾਰ ਨੇ, ਇਹਨਾਂ ਦੇ ਵਿਰੁੱਧ ਲਾਸਟ ਗੱਲ ਮੈਂ ਗੱਲ ਜਿਹੜੀ ਕਹਿਣਾ ਚਾਹੁੰਦਾ, ਜਿਹੜਾ ਜ਼ਿਲ੍ਹੇ ਦਾ ਕਮਾਂਡਰ ਹੈ SSP ਜਿਹੜਾ SHO ਦੀਆਂ ਟ੍ਰਾਂਸਫਰਾਂ ਕਰ ਰਿਹਾ, ਜਿਹਦੀ ਹਾਊ ਜੀ ਨਾਟ ਰਿਸਪੌਂਸਿਬਲ, ਉਹਨੇ ਐਡਾ ਕਿਹੜਾ ਵਧੀਆ ਕੰਮ ਕਰਤਾ ਕਿ ਤੁਸੀਂ ਉਹਨੂੰ ਰਿਪੋਰਟ ਕਰਦੇ ਹੋ। ਔਰ ਇਹ ਕੁਝ ਖਬਰਾਂ ਲੱਗੀਆਂ ਨੇ, ਇਹ ਵੱਡੀਆਂ ਅਖਬਾਰਾਂ ਦੀਆਂ ਖਬਰਾਂ ਨੇ, ਪਾਦਰੀ ਦੇ ਘਰ ਡਾਕਾ, SSP ਸ਼ੱਕ ਦੇ ਘੇਰੇ 'ਚ, ਦਹੀਏ ਦਾ ਤਬਾਦਲਾ ਅਤੇ ਸਰਕਾਰ ਵੱਲੋਂ ਮਾਮਲਾ ਲਟਕਾਉਣ ਦੀ ਸੰਭਾਵਨਾ। ਇਹ ਪਹਿਲਾਂ ਹੀ ਗੱਲਾਂ ਇਹ ਕਦੋਂ ਛਪੀਆਂ ਨੇ? 27 ਅਪ੍ਰੈਲ 19 'ਚ। ਇਹ ਫਿਰ ਕੋਰਟ ਦੀ ਗੱਲ ਹੈ। ਪੈਸੇ ਪਾਦਰੀ ਦੇ ਘਰੋਂ ਹੀ ਮਿਲੇ, ਅਦਾਲਤ 'ਚ ਪੁਲਿਸ ਦਾ ਪੱਖ ਐਫੀਡੇਵਿਟ ਦੇ ਰਿਹਾ। ਫਿਰ ਜਿਹੜੇ SSP ਥੱਲੇ ਤੁਸੀਂ ਕੋਰਟ 'ਚ ਜਾ ਕੇ ਮੰਨ ਰਹੇ ਹੋ, ਉਹਦੀ ਕੀ ਐਡੀ ਕੁਆਲੀਫਿਕੇਸ਼ਨ ਹੈ ਕਿ ਉਹਨੂੰ ਪਲਮ ਪੋਸਟਿੰਗ ਤੁਸੀਂ ਹੁਣ ਤੀਜੀ ਵਾਰੀ SSP ਲਾ ਦਿਓਗੇ ਕਿ ਇੱਥੇ ਵੀ ਚੰਦ ਚਾੜੇ? ਜਿਹੜੇ ਪੋਸਟਮਾਰਟਮ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ, ਪੁਲਿਸ ਸੱਦ ਕੇ ਲੋਕਾਂ ਨੂੰ ਗਰੀਬਾਂ ਤੇ ਪ੍ਰੈਸ਼ਰ ਪਾ ਰਹੀ ਹੈ ਕਿ ਯਾਰ ਇਹ ਕਹਿ ਦਿਓ ਇਹ ਨੈਚੁਰਲ ਡੈਥ ਹੈ, ਤੇ ਫਿਰ ਉੱਥੋਂ ਇਨਸਾਫ ਦੀ ਜਾਂ ਗਾਏ ਟ੍ਰੈਜੇਡੀ ਨਾ ਵਾਪਰੇ ਕਿਵੇਂ ਆਸ ਰੱਖ ਸਕਦੇ? ਐਨੀ ਕੁਐਸਚਨ ਜੀ ਤੁਹਾਡੇ ਦੇਖੋ। ਮੇਰੇ ਹਿਸਾਬ ਨਾਲ ਤਾਂ ਜਿਹੜਾ ਡਕੈਤੀ ਡੇ ਲਾਈਟ ਰੋਬਰੀ ਪਹਿਲਾਂ ਕੀਤੀ ਸੀ ਡਕੈਤੀ, ਹੁਣ ਤੱਕ ਤਾਂ ਜੇ ਉਸੇ ਕੇਸ 'ਚ DGP ਸਾਹਿਬ ਕਾਰਵਾਈ ਕਰ ਦਿੰਦੇ ਆਪ ਜੀ ID ਜੀ ਸਿਫਾਰਿਸ਼ ਤੇ ਕਾ ਵਾਪਰਦਾ ਨਾ। ਮਗਰ ਹੁਣ ਹੀ ਕੁਝ ਕਰ ਦਿਓ। ਜੇ SHO DSP ਰਿਸਪੌਂਸਿਬਲ ਹੈ ਤੇ ਜਿਹੜਾ ਉਹਨਾਂ ਨੂੰ ਚਲਾਉਂਦਾ ਉਹ ਕਿਵੇਂ ਨਹੀਂ ਰਿਸਪੌਂਸਿਬਲ? SHO ਦੇ ਆਰਡਰ ਕੌਣ ਕਰ ਰਿਹਾ ਟ੍ਰਾਂਸਫਰ ਦੇ? SSP। ਵਾਈ ਸ਼ੁੱਡ ਹੀ ਨਾਟ ਬੀ ਬੁੱਕਡ ਐਂਡ ਇਨਵੈਸਟੀਗੇਟਡ ਬਾਈ CBI? ਜਿਹਦੀ ਇਨਵੈਸਟੀਗੇਸ਼ਨ ਹੋ ਗਈ, ਤਾਰਾਂ ਉੱਤੇ ਤੱਕ ਜੁੜੀਆਂ ਨਿਕਲ ਆਉਣਗੀਆਂ 2 ਮਿੰਟ 'ਚ। ਸਰ ਜਿਸ ਤਰ੍ਹਾਂ ਤੁਸੀਂ ਖੁਲਾਸੇ ਕਰ ਰਹੇ ਹੋ, ਫਿਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਹੈ ਕਿ ਪੋਲੀਟੀਕਲ ਤੇ ਪੁਲਿਸ ਦਾ ਨੈਕਸਸ ਹੈ ਜਿਹਦੇ ਕਰਕੇ ਇਹ ਸਾਰਾ। ਯਾਰ ਇਹ ਮੈਂ ਤਾਂ ਤੁਹਾਨੂੰ ਕੋਰਟ ਦਾ ਰਿਕਾਰਡ, ਵੀਡੀਓਗ੍ਰਾਫਿਕ ਰਿਕਾਰਡ, ਹਰ ਤਰੀਕੇ ਦਾ ਰਿਕਾਰਡ ਪੇਸ਼ ਕਰਕੇ ਕਹਿ ਰਿਹਾ ਕਿ ਬਿਲਕੁਲ ਮਿਲੀ ਭੁਗਤ ਹੈ ਕਾਂਗਰਸ ਦੇ ਹੁਕਮਰਾਨਾਂ ਦੀ, SSP ਔਰ ਥੱਲੇ ਤੱਕ ਪੁਲਿਸ ਦੇ ਮੁਲਾਜ਼ਮਾਂ ਦੀਆਂ। ਔਰ ਜੇ ਇਹਦੀ ਇਨਕੁਆਇਰੀ ਸਹੀ ਤਰੀਕੇ ਹੋ ਗਈ ਤੇ ਤਾਰਾਂ ਉੱਤੇ ਤੱਕ ਜਾਣਗੀਆਂ ਜਿਹੜੇ ਇਹਨਾਂ ਨੂੰ ਬਚਾ ਰਹੇ ਜੇ ਲੋਕਾਂ ਨੂੰ। ਮੇਰੀ ਮੰਗ, ਇਹ ਮੇਰਾ ਸਵਾਲ ਇਹ ਹੈ
कि ध्रुव ਧਈਏ ਦੀ ਐਡੀ ਖੂਬਸੂਰਤੀ ਕੀ ਹੈ ਕਿ ਜਿਹਨੇ ਦਿਨ ਦਿਹਾੜੇ ਡੇ ਲਾਈਟ ਰਾਬਰੀ ਕੀਤੀ ਹੋਵੇ, ਪ੍ਰੈਸ ਕਾਨਫਰੰਸ ਕੀਤੀ ਹੋਵੇ, 6 ਕਰੋੜ ਖੁਰਦ-ਬੁਰਦ ਕੀਤੇ ਹੋਣ, ਅੱਜ ਉਹਨੂੰ ਫੇਰ ਤੁਸੀਂ ਐਸਐਸਪੀ ਲਾਉਂਦੇ ਹੋ। 100 ਬੰਦਾ ਮਰ ਗਿਆ ਉਹਨੂੰ ਫੇਰ ਤੁਸੀਂ ਐਸਐਸਪੀ ਲਾਉਂਦੇ ਹੋ, ਫੇਰ ਚੰਦ ਚੜਵਾਉਣਾ। ਕੌਣ ਜ਼ਿੰਮੇਵਾਰ ਹੋਊਗਾ ਉਹਦੇ ਲਈ? ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਹਾਂ, ਇਹਦੇ ਤੋਂ ਸਪਸ਼ਟ ਹੁੰਦਾ ਕਿ ਕਿੱਥੇ ਤੱਕ ਤਾਰਾਂ ਜੁੜੀਆਂ ਹੋਈਆਂ ਨੇ। ਇਹ ਚੰਡੀਗੜ੍ਹ ਦੇ ਗਲਿਆਰੇ ਨਹੀਂ, ਮੈਨੂੰ ਤਾਂ ਲੱਗਦਾ 10 ਜਨਪਦ ਦੇ ਗਲਿਆਰਿਆਂ ਤੱਕ ਗੂੰਜਾਂ ਪੈਣਗੀਆਂ ਜੇ ਇਨਕੁਆਇਰੀ ਹੋ। ਜੀ ਕਹਿੰਦੇ ਨੇ ਕਿ ਡਿਕਟੇਟਰ ਨੇ ਮੁੱਖ ਮੰਤਰੀ ਜਿਹੜੇ ਹਾਂਜੀ। ਅਮਰਿੰਦਰ ਸਿੰਘ ਡਿਕਟੇਟਰ ਨੇ। ਠੀਕ ਹੀ ਕਹਿ ਰਹੇ ਦੁੱਲੋ ਸਾਹਿਬ, ਥੋੜੇ ਚਿਰ ਮਗਰੋਂ ਕਹਿ ਰਹੇ ਮਗਰ ਠੀਕ ਕਹਿ ਰਹੇ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਸੁਨੀਲ ਜਾਖੜ ਦੁੱਲੋ ਸਾਹਿਬ ਤਾਂ ਜੀ ਬਹੁਤ ਕੁਝ ਕਹਿ ਗਏ ਆ। ਉਹ ਕਹਿੰਦੇ ਮਾਫੀਆ ਨੇ ਮਿਲੇ ਜੀ ਸੁਨੀਲ ਜਾਖੜ ਸਾਹਿਬ। ਜਾਖੜ ਸਾਹਿਬ ਮਾਫੀਆ ਨੇ ਮਿਲੇ। ਜਾਖੜ ਸਾਹਿਬ ਕੀ ਤੋਤੇ ਦੀ ਗੱਲ ਕਰਦੇ, ਕਿਹਦੀ ਗੱਲ ਕਰਦੇ? ਉਹ ਤਾਂ ਉਹ ਕੋਈ ਗੱਲ ਹੈ ਜੀ। ਕਹਿੰਦੇ ਮਾਫੀਆ ਨੇ ਮਿਲੇ। ਠੀਕ ਗੱਲ ਕਰਦੇ ਹੋਣੇ ਜੀ। ਉਹਨਾਂ ਨੇ ਤਾਂ ਨਾਂ ਰੱਖ ਹੀ ਦਿੱਤਾ ਜਾਖੜ ਸਾਹਿਬ ਦਾ, ਦੋਵੇਂ ਐਮਪੀਆਂ ਨੇ। ਤੇ ਜੇ ਉਹ ਕੁਝ ਕਹਿ ਰਹੇ ਆ, ਪੁਰਾਣੇ ਪੀਪੀਸੀਸੀ ਪ੍ਰਧਾਨ ਰਹੇ ਆ, ਜਾਣਦੇ ਹੋਣੇ ਅੰਦਰਲੀ ਗੱਲ ਤਦੇ ਕਰਦੇ ਆ। ਉਹਨਾਂ ਨੇ ਸਾਧੂ ਸਿੰਘ ਧਰਮਸੋਤ ਨੂੰ ਕਿਹਾ ਸੀਰੀ ਹੈ ਜੀ ਉਹ ਕੈਪਟਨ ਅਮਰਿੰਦਰ। ਚਲੋ ਉਹਨਾਂ ਨੇ ਕੀ ਕਿਹਾ ਨਹੀਂ ਕਿਹਾ ਮੈਂ ਨਹੀਂ ਕਹਿਣਾ, ਤੁਸੀਂ ਸਿਆਣੇ ਹੋ ਜੀ। ਜੋ ਕਿਹਾ ਕੋਈ ਵੀ ਪੁਲਿਸ ਅਫਸਰ ਹੋਵੇ, ਕੋਈ ਵੀ ਤਰਨਤਾਰਨ ਜਿੱਧਰ ਮਿਲ ਕੇ ਗਏ ਉਸ ਫੰਕਸ਼ਨ ਦੇ ਵਿੱਚ ਕਿਸੇ ਦਾ ਵੀ ਰੋਲ ਹੋਵੇ, ਅਸੀਂ ਕਾਰਵਾਈ ਕਰਾਂਗੇ। ਉਹਦੇ ਵਿੱਚ ਉਹਨੇ ਕਿਹਾ ਭਾਵੇਂ ਪੁਲਿਸ ਅਧਿਕਾਰੀ ਵੀ ਹੋਵੇ। ਕਿੱਥੇ ਕਾਰਵਾਈ ਕੀਤੀ ਹੁੰਦੀ ਤਾਂ ਇਹ ਹਾਦਸਾ ਦਿਖਾਂਤ ਵਾਪਰਦਾ ਨਾ। 302 ਦੇ ਪਰਚੇ ਦੀ ਗੱਲ ਕਰੀ ਜਾ ਰਹੇ। 302 ਦਾ ਪਰਚਾ ਤਾਂ ਇਸ ਮਾਸਟਰਮਾਈਂਡ ਤੇ ਹੋਣਾ ਚਾਹੀਦਾ, ਐਸਐਸਪੀ ਤੇ। ਕਿੱਟ ਬਣਾਈ ਗਈ ਹੈ ਜੀ ਪੰਜਾਬ ਸਰਕਾਰ ਵੱਲੋਂ। ਉਹ ਯਾਰ ਇਹ ਕਲੀਨ ਚਿੱਟਾਂ ਦੀਆਂ ਸਿੱਟਾਂ ਨੇ। ਹਲੇ ਤੱਕ ਕੋਈ ਪੀੜਤ ਪਰਿਵਾਰਾਂ ਤੇ ਬਿਆਨ ਨਹੀਂ ਲਏ। ਦੇਖੋ ਮੈਂ ਇੱਕ ਗੱਲ ਦੱਸਾਂ, ਕੱਲ ਇਹਨਾਂ ਦੇ ਐਮਪੀ ਨੇ ਕਿਹਾ, ਕਾਂਗਰਸ ਦੇ ਸਾਬਕਾ ਪ੍ਰਧਾਨ ਨੇ, ਕਿ ਇਹ ਸਿੱਟਾਂ ਬੇਸਿੱਟਾਂ ਨੇ। ਉਹ ਬਿਲਕੁਲ ਸਹੀ ਗੱਲ ਕਹੀ ਹੈ। ਕੀ ਹੋਇਆ ਅੱਜ ਤੱਕ ਉਹ ਸਾਰੀਆਂ ਚੀਜ਼ਾਂ ਦਾ? ਆਪਣਾ ਦੁਸ਼ਹਿਰੇ ਵਾਲੀ ਟ੍ਰੈਜਡੀ ਦਾ ਤੁਸੀਂ ਦਿਲ ਤੇ ਹੱਥ ਰੱਖ ਕੇ ਕਹੋ ਕਿ ਉਹਦੇ 'ਚ ਕੋਈ ਸਹੀ ਇਨਕੁਆਇਰੀ ਹੋਈ? ਕਿ ਬਟਾਲੇ ਬਲਾਸਟ ਫੈਕਟਰੀ 'ਚ ਕੋਈ ਸਹੀ ਇਨਕੁਆਇਰੀ ਹੋਈ? ਕਿ ਅਸਲ ਦੋਸ਼ੀ ਤੇ ਕੋਈ ਕਾਰਵਾਈ ਹੋਈ? ਇਹ ਤਾਂ ਥੀਸ ਆਰ ਆਲ ਅ ਫਿਊਟਾਈਲ ਐਕਸਰਸਾਈਜ਼। ਇਹ ਕੱਲਾ ਹੈ ਕਿ ਲੋਕ ਭੁੱਲ ਜਾਣ ਤੇ ਇਸ ਤਰ੍ਹਾਂ ਹੀ ਕੰਮ ਚੱਲਦਾ ਰਹੇ। ਅੱਜ ਜੇ ਪੁਲਿਸ ਨੂੰ ਇੰਨੀਆਂ ਰਿਕਵਰੀਆਂ ਹੋ ਰਹੀਆਂ ਨੇ, ਇਹ ਰਾਤੋਂ ਰਾਤ ਤਾਂ ਨਹੀਂ ਚੀਜ਼ਾਂ ਚੱਲੀਆਂ। ਔਰ ਪੁਲਿਸ ਨੇ ਵੇਖੋ ਹਲੇ ਵੀ ਤੁਹਾਨੂੰ ਮਿਸਲੀਡ ਕਰਨਾ ਸ਼ੁਰੂ ਕਰਤਾ। ਲਾਨ ਰੌਲਾ ਦਾ ਸਪਿਰਿਟ ਦਾ ਜਿਹੜੀ ਡਿਸਟਿਲਰੀਆਂ ਤੋਂ ਨਿਕਲੀ ਆ, ਡਿਸਟਿਲਰੀਆਂ ਨੂੰ 15 ਦਿਨ ਦੇ ਤੇ ਕਵਰ ਅਪ ਕਰਨ ਲਈ। ਹੁਣ ਜਦੋਂ ਡਿਸਟਿਲਰੀਆਂ 'ਚ ਜਾਣਗੇ ਕੱਖ ਨਹੀਂ ਲੱਭਣਾ। ਕਿਉਂ ਨਹੀਂ ਲੱਭਣਾ? ਕਿਉਂਕਿ ਉਹਦੀਆਂ ਤਾਰਾਂ ਵੀ ਉੱਤੇ ਤੱਕ ਜੁੜੀਆਂ। ਇਹ ਇਹਨਾਂ ਨੂੰ ਸਾਰੇ ਆਪਦੇ ਰਿਕਾਰਡ ਸਹੀ ਕਰਨ ਲਈ ਇੱਕ ਟਾਈਮ ਦਿੱਤਾ ਜਾ ਰਿਹਾ। ਤੁਹਾਡਾ ਧਿਆਨ ਭਟਕਾਤਾ, ਤੁਸੀਂ ਵੀ ਭੋਲੇ ਭਾਲੇ ਭਟਕ ਗਏ। ਲਾਨ ਦਾ ਤਾਂ ਰੌਲਾ, ਲਾਨ ਫੜੋ, ਮਗਰ ਕੀ ਡੈਥ ਲਾਨ ਕਰਕੇ ਹੋਈ ਹੈ ਕਿ ਸਪਿਰਿਟ ਕਰਕੇ ਹੋਈ ਹੈ? ਲਾਣ ਮੜੀ ਹੈ। ਮੈਂ ਤਾਂ ਕਹਿ ਰਿਹਾ ਲਾਨ ਫੜੋ, ਮਗਰ ਡੈਥ ਦਾ ਕਾਰਨ ਕੀ ਹੈ? ਸਪਿਰਿਟ ਨਾਟ ਲਾਨ। ਕਾਰਵਾਈ ਜ਼ਰੂਰ ਹੋਣੀ ਚਾਹੀਦੀ। ਅੱਜ ਤੁਸੀਂ ਕਹਿ ਰਹੇ ਹੋ ਲੱਖ ਲੀਟਰ, ਅੱਜ ਕੱਲ ਤੁਹਾਨੂੰ ਗੁੱਸਾ ਨਾ ਕਰਿਓ, ਕੱਲ ਪ੍ਰੈਸ ਨੋਟ ਕੱਢਿਆ ਕਿ ਜੀ 27,000 ਲੀਟਰ ਡੇਰਾਬੱਸੀ ਰਿਕਵਰ ਹੋ ਗਈ ਆ। ਹੁਣ ਬੜਾ ਤੁਹਾਨੂੰ ਪਹਿਲਾਂ ਇਨਫਾਰਮ ਕਰਤਾ, ਜੇ ਪਹਿਲਾਂ ਧਿਆਨ ਰੱਖਦੇ ਤੇ ਕੁਝ ਹੁੰਦਾ ਨਾ। ਇਸ ਲਈ ਇਹ ਸਾਰਾ ਕੁਝ ਇੰਡੀਕੇਟ ਕਰਦਾ ਹੈ। ਮੈਂ ਦਿਨਕਰ ਗੁਪਤਾ ਜੀ ਦਾ ਧੰਨਵਾਦ ਵੀ ਕਰਦਾ ਹੈ ਕਿ ਦੇਰ ਆਏ ਦਰੁਸਤ ਹੈ। ਮੰਨ ਗਏ ਨਾ ਕਿ ਸਾਨੂੰ ਪਤਾ ਤਾਂ ਸਭ ਕੁਝ ਸੀ, ਮਗਰ ਅਸੀਂ ਕਰਦੇ ਕੁਝ ਨਹੀਂ ਸਾਂ। ਰਾਤੋਂ ਰਾਤ ਹੁਣ ਤੁਹਾਨੂੰ ਸਭ ਕੁਝ ਪਤਾ ਲੱਗ ਰਿਹਾ। ਪਾਕਿਸਤਾਨ ਵੱਲ ਵੱਧ ਧਿਆਨ ਰੱਖਦੇ ਆ, ਭਾਰਤ ਵੱਲ ਘੱਟ ਧਿਆਨ ਰੱਖਦੇ। ਇਹ ਤਾਂ ਜੀ ਹੁਣ ਉਹ ਦੱਸ ਸਕਦੇ। ਚਾਚੀ ਦੇ ਪੇਕੇ ਪਿੰਡ ਇਹ ਬਲਟੋਆ ਸਾਹਿਬ ਕੁਝ ਦੱਸੀ ਜਾਂਦੇ ਜੀ ਮੈਨੂੰ। ਮੰਗ ਕੀਤੀ ਜਾ ਰਹੀ ਔਜਲਾ ਸਾਹਿਬ ਕਹਿੰਦੇ ਵੀ ਕੇਂਦਰ ਸਰਕਾਰ ਦੇਵੇ ਇਹਨਾਂ ਨੂੰ ਹੈ 10-10 ਲੱਖ ਰੁਪਏ ਕੇਂਦਰ ਸਰਕਾਰ ਦੇ। ਔਜਲਾ ਸਾਹਿਬ ਕਹਿ ਰਹੇ ਜਿਵੇਂ ਔਜਲਾ ਸਾਹਿਬ ਨੂੰ ਢਿੱਡ ਪੀੜ ਹੁੰਦੀ ਆ, ਸ਼ਰਾਬ ਇਹਨਾਂ ਦੇ ਪੰਜਾਬ ਵਾਲਿਆਂ ਦੀ ਪਲਾਈ ਤੇ ਇਹ ਦੇ ਦੇਣ ਤੇ ਮਾੜੀ ਗੱਲ ਆ? ਔਜਲਾ ਸਾਹਿਬ ਦੀ ਮੈਂ ਕਦਰ ਕਰਦਾ। ਕਈ ਵਾਰੀ ਉਹ ਗੱਲ ਚੰਗੀ ਵੀ ਕਰ ਜਾਂਦੇ ਆ। ਉਹਦੇ ਮਾਮਲੇ 'ਚ ਕੀਤੀ ਸੀ ਆਪਣਾ ਆ ਜਿਹੜੀ ਆ ਪੀਪੀ ਕਿੱਟਾਂ ਦੇ ਮਾਮਲੇ 'ਚ ਕਿਹਾ ਮੈਨੂੰ ਕੋਈ ਭਰੋਸਾ ਨਹੀਂ ਕੈਪਟਨ ਦੀ ਪੁਲਿਸ 'ਚ, ਤੇ ਇਹਦੇ 'ਚ ਵੀ ਸਹੀ ਗੱਲ ਕਰਦੇ। ਅਸੀਂ ਤਾਂ ਭਾਊ ਦੀ ਇੱਜ਼ਤ ਕਰਾਂਗੇ, ਮਗਰ ਕਿਉਂ ਐਵੇਂ ਇੱਕ ਨਿੱਕੀ ਜੀ ਗੱਲ ਪਿੱਛੇ ਝੂਠ ਬੋਲਣ ਦਾ? ਔਜਲਾ ਸਾਹਿਬ ਨੂੰ ਨਹੀਂ ਸੌਂਪਦਾ। ਔਜਲਾ ਸਾਹਿਬ ਦਾ ਬੜਾ ਵੱਡਾ ਆਉਦਾ। ਜੀ ਕੱਲ ਤੋਂ ਸਮਾਰਟਫੋਨ ਲਈ ਕਹਿ ਕੇ ਲੈ ਕੇ ਆ ਰਹੇ ਬੱਚਿਆਂ ਨੂੰ ਵੰਡ ਰਹੇ ਆ, ਕੀ ਕਹਿਣਾ ਚਾਹੁੰਦੇ ਤੁਸੀਂ? ਯਾਰ ਅੱਜ ਲੋਡ ਹੈ ਇਹ ਸਮਾਰਟਫੋਨ ਦੀ। ਦੇ ਦਿਓ ਜਵਾਬ। ਉਹ 'ਚ ਇਨਫੋਰਮੇਸ਼ਨ ਜੇ ਪੁੱਠੇ ਕੰਮਾਂ ਦੀ ਦੇਣੀ ਹੈ ਤਾਂ ਕੀ ਫਾਇਦਾ? ਜੇ ਇਹ ਜੇ ਕੰਮਾਂ ਦੀ ਇਨਫੋਰਮੇਸ਼ਨ ਦੇਣੀ ਹੈ ਕਿ ਉੱਥੋਂ ਮਿਲ ਜਾਣੀ ਹੈ, ਉੱਥੋਂ ਮਿਲ ਜਾਣੀ ਹੈ। ਉਸ ਦਿਨ ਚੀਫ ਸੈਕਟਰੀ ਨੇ ਰੌਲਾ ਪਾਇਆ ਸੀ, ਜੇ ਉਦੋਂ ਅਸਰ ਕਰ ਜਾਂਦੇ ਤੇ ਆਹ ਦਿਖਾਂਤ ਨਾ ਵਾਪਰਦਾ। ਚੀਫ ਸੈਕਟਰੀ ਸਾਹਿਬ ਨੂੰ ਤਾਂ ਰਿਵਾਰਡ ਕਰਤਾ ਉਹਨਾਂ ਦੀ ਚੁੱਪੀ ਵਾਸਤੇ।
ਤੇ ਮੰਤਰੀ ਮਾਫੀ ਮੰਗ ਗਏ, ਉਹ ਉਹਦੇ ਅੱਗੇ ਗੋਡੇ ਟੇਕ ਗਿਆ, ਉਹਦੇ ਅੱਗੇ ਗੋਡੇ ਟੇਕ ਗਿਆ ਤੇ ਦੋਵੇਂ ਘਰ ਰਾਜੀ ਰਗੜ ਤੇ ਪੰਜਾਬੀ। ਇਸ ਲਈ ਮੇਰੇ ਇਹ ਜਿਹੜੀ ਉਹ ਮੋਬਾਈਲ ਵਾਲੀ ਗੱਲ ਹੈ ਨਾ, ਉਹ ਬਾਅਦ ਚ ਕਰਾਂਗੇ, ਇਹ ਗੱਲ ਤੇ ਅੱਜ ਰਹੋ ਮੇਨ। ਕਹਿੰਦੇ ਨਸ਼ਾ ਕਿ ਅਸੀਂ 307 ਦੇ ਪਰਚੇ ਦੇਣੇ ਸ਼ੁਰੂ ਕਰ ਦਿੱਤੇ ਆ, ਜਿਹੜੇ ਬੰਦੇ ਐਸਪੀਰੀਟੀਆਂ ਐਲਕੋਹਲ ਵੇਚ ਰਹੇ ਨੇ। ਮਜੀਠੇ ਹਲਕੇ 'ਚ ਪਹਿਲਾ ਪਰਚਾ ਵੀ ਦਿੱਤਾ ਗਿਆ ਜੀ 307 ਉਹ ਦਿੱਤਾ ਨਹੀਂ ਗਿਆ, ਮੈਂ ਤੈਨੂੰ ਦੱਸਦਾ, ਕੋਟਲੇ ਤਰਖਾਣੇ ਦੀ ਗੱਲ ਕਰਦਾ। ਇਹ ਤਾਂ ਪੋਸਟਮਾਰਟਮ ਨਹੀਂ ਕਰ ਰਹੇ ਸੀ। ਮੈਂ ਐਸਐਸਪੀ ਸਾਹਿਬ ਨੂੰ ਫੋਨ ਕੀਤਾ, ਮੈਂ ਸਰ ਜੀ ਮੈਂ ਫਿਰ ਅਸੀਂ ਰੌਲਾ ਪਾਈਏ ਕਿ ਤੁਸੀਂ ਦਬਾ ਰਹੇ ਹੋ ਗਰੀਬ ਨੂੰ ਕਿ ਪੋਸਟਮਾਰਟਮ ਨਾ ਕਰਾ। ਫਿਰ ਉਹ ਸਮਝ ਗਿਆ ਕਿ ਰੌਲਾ ਬੜਾ ਵਧਿਆ, ਮਿੰਟੋ ਮਿੰਟ ਹੀ ਉਹਨਾਂ ਨੇ ਕਰਾਤੀ ਪੋਸਟਮਾਰਟਮ। ਜਿਹੜਾ ਇੱਕ ਮਜੀਠੇ ਮੈਂ ਕਹਿੰਦਾ ਜੀ ਸਭ ਤੋਂ ਪਹਿਲਾਂ 302 ਦਾ ਪਰਚਾ ਜੇ ਇਹ ਸੀਰੀਅਸ ਨੇ ਤੇ ਧਰੁਵ ਧਈਏ ਤੇ ਹੋਣਾ ਚਾਹੀਦਾ, ਜਿਹਦੇ ਇਲਾਕੇ 'ਚ 100 ਮੌਤਾਂ ਹੋਈਆਂ, ਜਿਹਦੀ ਨਲਾਇਕੀ ਕਰਕੇ, ਅਣਗਹਿਲੀ ਕਰਕੇ, ਮਿਲੀ ਭੁਗਤ ਕਰਕੇ, ਕੰਪਲੇਸੈਂਸੀ ਕਰਕੇ, ਹੀ ਸ਼ੁੱਡ ਬੀ ਬੁੱਕ।